ਗੱਲ ਪੁਰਾਣੇ ਸਮਿਆਂ ਦੀ ਹੈ। ਮੇਰੀ ਬਦਲੀ ਜਗਰਾਉਂ ਦੇ ਨੇੜੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੋਣ ਤੋਂ ਬਾਅਦ ਮੇਰੇ ਲਈ ਲੁਧਿਆਣੇ ਤੋਂ ਨਿੱਤ ਆਉਣਾ ਜਾਣਾ ਬਹੁਤ ਔਖਾ ਸੀ। ਕੁਝ ਮਹੀਨੇ ਆਉਂਦੀ ਰਹੀ, ਪਰ ਦਿਨ ਛੋਟੇ ਹੁੰਦੇ ਗਏ ਤੇ ਠੰਡ ਵੱਧਦੀ ਗਈ। ਕੁਝ ਉਦੋਂ ਵਕਤ ਵੀ ਇਹੋ ਜਿਹਾ ਚੱਲ ਰਿਹਾ ਸੀ ਕਿ ਨਿੱਤ ਪੁਲਿਸ ਮੁਕਾਬਲੇ ਵਿੱਚ ਮੁੰਡੇ ਮਾਰੇ ਸੀ। ਅਖਬਾਰਾਂ ਦੀਆਂ ਸੁਰਖੀਆਂ ਤੇ ਤਸਵੀਰਾਂ ਡਰਾਉਣੀਆਂ ਲੱਗਦੀਆਂ ਸੀ। ਮੈਂ ਵੀ ਡਰਦੀ ਮਾਰੀ ਬੱਸ ਵਿੱਚ ਸਿਰ ਢੱਕ ਕੇ ਹੀ ਸਫ਼ਰ ਕਰਦੀ। ਖੈਰ, ਮੈਂ ਸੋਚਿਆ ਕਿ ਕੁਝ ਮਹੀਨਿਆਂ ਲਈ ਜਗਰਾਉਂ ਕਿਰਾਏ ਤੇ ਕਮਰਾ ਲੈ ਲਵਾਂ, ਆਉਣਾ ਜਾਣਾ ਸੌਖਾ ਹੋ ਜਾਊ। ਪਰ ਨਾਲ ਦੇ ਇੱਕ ਸਾਥੀ ਅਧਿਆਪਕ ਨੇ, ਜੋ ਉਸ ਪਿੰਡ ਦਾ ਹੀ ਸੀ, ਉਸਨੇ ਪਿੰਡ ਵਿੱਚ ਚਾਚਾ ਪਾਲੂ ਦੀ ਹਵੇਲੀ ਵਿੱਚ ਜੋ ਉਹਨਾਂ ਦੇ 2 ਚੁਬਾਰੇ ਸੀ, ਉਹਨਾਂ ਵਿੱਚੋਂ ਇੱਕ ਮੈਨੂੰ ਕਿਰਾਏ ਤੇ ਦਵਾ ਦਿੱਤਾ। ਚਾਚੇ ਦੀ ਕੁੜੀ ਵਿਆਹੀ ਸੀ, ਮੁੰਡਾ ਫੌਜ ਵਿੱਚ ਸੀ। ਚਾਚਾ ਚਾਚੀ ਦੋਵੇਂ ਬਜ਼ੁਰਗ ਸੀ। ਮੈਨੂੰ ਜਗ੍ਹਾ ਠੀਕ ਲੱਗੀ। ਕੁਝ ਲੋੜੀਂਦਾ ਸਮਾਨ ਲੈ ਕੇ ਮੈਂ ਚੁਬਾਰੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਚਾਚਾ ਚਾਚੀ ਦਾ ਸੁਭਾਅ ਚੰਗਾ ਸੀ। ਮੈਂ ਦਿਨ ਵਿੱਚ 2 ਵਾਰ ਹੇਠਾਂ ਦੁੱਧ ਲੈਣ ਆਉਂਦੀ। ਚਾਚੀ ਮੱਲੋ ਮੱਲੀ ਦਾਲ ਸਬਜ਼ੀ ਵੀ ਦੇ ਦਿੰਦੀ, ਕਹਿ ਵੀ ਦਿੰਦੀ ਕਿ ਕੋਈ ਨਾ ਧੀਏ, ਥੱਕੀ ਟੁੱਟੀ ਸਕੂਲੋਂ ਆਉਂਦੀ ਹੈ, ਕਿੱਥੇ ਬਣਾਵੇਂਗੀ। ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ, ਜੋ ਮਰ ਚੁੱਕੀ ਸੀ। ਪਿਓ ਦੀ ਦੂਜੀ ਘਰਵਾਲੀ ਨਾਲ ਮੇਰਾ ਵਾਹ ਨਹੀਂ ਪਿਆ ਸੀ। ਨਾਨਾ ਨਾਨੀ ਨੇ ਹੀ ਪਾਲਿਆ ਤੇ ਪੜ੍ਹਾਇਆ ਸੀ। ਪਿਓ ਪੁਲਿਸ ਵਿੱਚ ਉੱਚੇ ਅਹੁਦੇ ਤੇ ਸੀ। ਮੈਨੂੰ ਮਹੀਨੇ ਵਿੱਚ ਇੱਕ ਅੱਧੀ ਵਾਰ ਮਿਲਣ ਆਉਂਦਾ। ਨਾਨਾ ਨਾਨੀ ਨੂੰ ਕੁਝ ਪੈਸੇ ਦੇ ਕੇ ਚਲਾ ਜਾਂਦਾ। ਮੇਰੇ ਦਿਲ ਵਿੱਚ ਨਾ ਤਾਂ ਪਿਓ ਲਈ ਬਾਲੀ ਇੱਜ਼ਤ ਸੀ ਤੇ ਨਾ ਹੀ ਕੋਈ ਨਾਰਾਜ਼ਗੀ। ਚੁਬਾਰੇ ਦੀਆਂ 3 ਖਿੜਕੀਆਂ ਬਾਹਰ ਵੱਲ ਖੁੱਲਦੀਆਂ ਤੇ ਇੱਕ ਹਵੇਲੀ ਦੇ ਅੰਦਰ, ਜਿੱਥੋਂ ਚਾਚੀ ਦਾ ਚੌਂਕਾ ਦਿਖਦਾ। ਰੋਜ਼ ਮੈਂ ਇੱਕ ਨਿਗਾਹ ਮਾਰ ਹੀ ਲੈਂਦੀ। ਚਾਚੀ ਤਵੇ ਤੋਂ ਲੈਂਦੀ ਰੋਟੀ ਚਾਚੇ ਨੂੰ ਖਵਾਉਂਦੀ। ਇੱਕ ਰਾਤ ਮੈਂ ਬੈਠੀ ਕਿਤਾਬ ਪੜ੍ਹ ਰਹੀ ਸੀ। ਮੈਨੂੰ ਹੇਠਾਂ ਕੁਝ ਆਵਾਜ਼ਾਂ ਸੁਣੀਆਂ। ਮੈਂ ਖਿੜਕੀ ਖੋਲ੍ਹ ਕੇ ਦੇਖਿਆ, ਚਾਚੀ ਰੋਟੀਆਂ ਲਾਹੀ ਜਾਂਦੀ ਸੀ ਤੇ 4 ਮੁੰਡੇ, ਜਿਨ੍ਹਾਂ ਖੱਟੀਆਂ ਪੱਗਾਂ ਬੰਨੀਆਂ ਸੀ ਤੇ ਕੋਲ ਹਥਿਆਰ ਸੀ, ਪੀੜ੍ਹੀ ਤੇ ਬੈਠੇ ਰੋਟੀ ਖਾ ਰਹੇ ਸੀ। ਰੋਟੀਆਂ ਖਾ ਕੇ ਉਹ ਚਲੇ ਗਏ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਮੈਂ ਚਾਚਾ ਚਾਚੀ ਨੂੰ ਕੁਝ ਪੁੱਛਿਆ ਵੀ ਨਹੀਂ। ਮੈਨੂੰ ਤਾਂ ਉਹਨਾਂ ਤੋਂ ਵੀ ਭੈ ਆਉਣ ਲੱਗਾ। ਦੂਜੇ ਦਿਨ ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਸਰਪੰਚ ਮਾਰਿਆ ਗਿਆ। ਪਿੰਡ ਦਾ ਸਰਪੰਚ ਕੋਈ ਬਾਹਲਾ ਚੰਗਾ ਬੰਦਾ ਨਹੀਂ ਸੀ। ਇਹ ਮੈਂ ਪਹਿਲਾਂ ਸੁਣ ਚੁੱਕੀ ਸੀ ਕਿ ਉਹ ਬਲੈਕ ਕਰਦਾ, ਪਿੰਡ ਵਿੱਚ ਸ਼ਰੇਆਮ ਪੁਲਿਸ ਦੀ ਸ਼ੈ ਤੇ ਨਸ਼ਾ ਵਿਕਦਾ। ਕੁਝ ਦਿਨ ਪਿੰਡ ਸੁਸਰੀ ਵਾਂਗੂ ਸੁੱਤਾ ਰਿਹਾ। ਪੁਲਿਸ ਆਉਂਦੀ ਜਾਂਦੀ ਰਹੀ। ਹੌਲੀ ਹੌਲੀ ਸਭ ਠੰਡਾ ਹੋ ਗਿਆ। ਮਹੀਨੇ ਕੁ ਬਾਅਦ 2 ਮੁੰਡੇ ਸਕੂਟਰ ਤੇ ਆਏ। ਮੈਂ ਉਹਨਾਂ ਨੂੰ ਗੱਲ ਕਰਦੇ ਸੁਣਿਆ। ਪਾਣੀ ਲੈਣ ਦੇ ਬਹਾਨੇ ਮੈਂ ਹੇਠਾਂ ਆਈ। ਮੈਂ ਵਿੰਦਰ ਨੂੰ ਦੇਖ ਕੇ ਹੈਰਾਨ ਰਹਿ ਗਈ। ਗੌਰਮੈਂਟ ਕਾਲਜ ਲੁਧਿਆਣੇ ਦਾ ਸਭ ਤੋਂ ਸੋਹਣਾ ਤੇ ਹੋਣਹਾਰ ਮੁੰਡਾ, ਜਿਸ ਦੇ ਪੱਗ ਦੇ ਪੇਚ ਤੇ ਸਾਰੀਆਂ ਕਾਲਜ ਦੀਆਂ ਕੁੜੀਆਂ ਮਰਦੀਆਂ ਸੀ ਤੇ ਉਹਨਾਂ ਵਿੱਚੋਂ ਇੱਕ ਮੈਂ ਵੀ ਸੀ। ਮੇਰੇ ਵੱਲ ਇੰਦਰ ਨੇ ਦੇਖ ਕੇ ਕਿਹਾ, ਤੁਸੀਂ? ਚਾਚੀ ਨੇ ਕਿਹਾ, ਮਾਸਟਰ ਨਹੀਂ ਆ ਪੁੱਤ, ਸਕੂਲ 'ਚ ਇੱਥੇ ਹੀ ਰਹਿੰਦੀ ਆ। ਮੈਂ ਪਾਣੀ ਲਿਆ ਤੇ ਉੱਪਰ ਚਲੇ ਗਈ। ਵਿੰਦਰ ਨੇ ਇੱਕ ਕਾਲੇ ਰੰਗ ਦਾ ਝੋਲਾ ਚਾਚੀ ਨੂੰ ਫੜਾਇਆ ਤੇ ਕਿਹਾ, ਕੁਝ ਦਿਨਾਂ ਨੂੰ ਲੈ ਜਾਵਾਂਗੇ। ਚਾਚੀ ਨੇ ਮੇਰੇ ਸਾਹਮਣੇ ਹੀ ਉਹ ਕਣਕ ਦੇ ਡਰਮ ਵਿੱਚ ਸੁੱਟ ਦਿੱਤਾ। ਕੁਝ ਦਿਨ ਬਾਅਦ ਉਹ ਰਾਤ ਆਈ ਜੋ ਮੈਂ ਕਦੇ ਨਾ ਭੁੱਲ ਸਕੀ। ਅਚਾਨਕ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਮੇਰੀ ਅੱਖ ਖੁੱਲ ਗਈ। ਨਾਲ ਦੇ ਚੁਬਾਰੇ 'ਚੋਂ ਕੁਸਰ ਫੁਸਰ ਦੀ ਆਵਾਜ਼ ਆਈ। ਮੈਂ ਭੱਜ ਕੇ ਹੇਠਾਂ ਆਈ। ਚਾਚੇ ਨੇ ਮੈਨੂੰ ਤੇ ਚਾਚੀ ਨੂੰ ਪਿਛਲੀ ਕੰਧ ਟਪਾ ਕੇ ਬਾਹਰ ਕੱਢ ਦਿੱਤਾ। ਸਾਨੂੰ ਗੁਆਂਢੀਆਂ ਨੇ ਪਨਾਹ ਦੇ ਦਿੱਤੀ। ਚਾਚਾ ਗੇਟ ਖੋਲ੍ਹ ਕੇ ਗ੍ਰਿਫਤਾਰ ਹੋ ਗਿਆ। ਦੋਵੇਂ ਪਾਸੇ ਗੋਲੀਆਂ ਚੱਲੀਆਂ, ਮੁਕਾਬਲਾ ਹੋਇਆ। ਆਖਰ ਚੁਬਾਰੇ ਨੂੰ ਅੱਗ ਲਾ ਦਿੱਤੀ ਗਈ। ਅੱਧੀ ਹਵੇਲੀ ਮੱਚ ਗਈ। ਦੂਜੇ ਦਿਨ ਚਾਚੀ ਆਪਣੀ ਧੀ ਕੋਲ ਚਲੇ ਗਈ ਤੇ ਮੈਂ ਆਪਣੇ ਨਾਨਕੇ ਤੁਰ ਗਈ। ਮੇਰਾ ਪਿਓ ਮਿਲਣ ਆਇਆ ਤੇ ਮੈਨੂੰ ਬਹੁਤ ਸਵਾਲ ਕੀਤੇ। ਮੇਰੇ ਚਰਿੱਤਰ 'ਤੇ ਵੀ ਇਲਜ਼ਾਮ ਲੱਗੇ, ਪਰ ਮੈਂ ਸਦਮੇ 'ਚੋਂ ਬਾਹਰ ਨਹੀਂ ਆ ਰਹੀ ਸੀ। ਮੈਨੂੰ ਪਤਾ ਲੱਗਿਆ ਕਿ ਸਾਰੇ ਮੁੰਡੇ ਸੜ ਕੇ ਸੁਆਹ ਹੋ ਗਏ, ਪਹਿਚਾਨ ਨਹੀਂ ਹੋ ਸਕੀ। ਸ਼ਾਇਦ ਵਿੰਦਰ ਵੀ ਉਹਨਾਂ ਵਿੱਚ ਹੀ ਸੀ। ਚਾਚੇ 'ਤੇ ਬਹੁਤ ਤਸ਼ੱਦਦ ਹੋਇਆ, ਜੇਲ੍ਹ ਹੋ ਗਈ। ਮੈਂ ਆਪਣੇ ਪਿਓ ਕੋਲ ਪਹਿਲੀ ਵਾਰ ਚਾਚੇ ਖਾਤਰ ਗਈ ਕਿ ਉਸਨੂੰ ਜੇਲ੍ਹ 'ਚੋਂ ਕਢਵਾ ਦੇਵੇ, ਪਰ ਪਿਓ ਨੇ ਕਿਹਾ, ਵਕੀਲ ਪੈਸੇ ਬਿਨਾ ਨਹੀਂ ਕਰੇਗਾ, ਝੋਲਾ ਲੱਗੂ। ਮੈਨੂੰ ਉਹ ਕਾਲਾ ਝੋਲਾ ਯਾਦ ਆ ਗਿਆ।
ਮੈਂ ਪਿੰਡ ਆਈ, ਪਾਪਾ ਕਰਦੀ ਹਵੇਲੀ ਤੋਂ ਭੈ ਤਾਂ ਬਹੁਤ ਆਇਆ। ਚੁਬਾਰੇ 'ਚੋਂ ਆਪਣਾ ਅੱਧ ਸੜਿਆ ਜ਼ਰੂਰੀ ਸਮਾਨ ਚੱਕਿਆ ਤੇ ਡਰਮ ਵਿੱਚੋਂ ਉਹੀ ਕਾਲਾ ਝੋਲਾ ਕੱਢ ਕੇ ਸਿੱਧਾ ਲੁਧਿਆਣੇ ਪਿਓ ਦੇ ਦਫ਼ਤਰ ਪਹੁੰਚੀ। ਝੋਲਾ ਮੂਹਰੇ ਰੱਖਿਆ ਤੇ ਚਾਚੇ ਲਈ ਹੱਥ ਜੋੜ ਕੇ ਬਾਹਰ ਆ ਗਈ। ਮੇਰੇ ਪਿਓ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਮੈਂ ਵੀ ਅੱਤਵਾਦੀਆਂ ਨਾਲ ਰਲੀ ਹਾਂ। ਸਮਾਂ ਬੀਤਦਾ ਗਿਆ ਤੇ ਸਾਲ ਬਾਅਦ ਮੇਰਾ ਵਿਆਹ ਅੰਬਾਲੇ ਦੇ ਇੱਕ ਕਾਰੋਬਾਰੀ ਨਾਲ ਹੋ ਗਿਆ। 2-3 ਸਾਲ ਬਾਅਦ ਅਸੀਂ ਦਿੱਲੀ ਆ ਗਏ। ਮੈਨੂੰ ਇੱਥੇ ਨੌਕਰੀ ਮਿਲ ਗਈ, ਪਰ 5 ਸਾਲ ਬਾਅਦ ਸੜਕ ਦੁਰਘਟਨਾ ਵਿੱਚ ਮੇਰੇ ਪਤੀ ਗੁਜ਼ਰ ਗਏ। ਮੈਂ ਦਿਓਰ ਦਾ ਮੁੰਡਾ ਗੋਦ ਲੈ ਕੇ ਪਾਲਿਆ ਤੇ ਡਾਕਟਰ ਬਣਾਇਆ, ਪਰ ਮੈਂ ਉਸਦੇ ਕੇਸ ਨਾ ਰੱਖੇ, ਨਾ ਪੱਗ ਬੰਨ੍ਹਣ ਦਿੱਤੀ। ਨਾਨਾ ਨਾਨੀ ਦੇ ਮੁੱਕ ਜਾਣ ਤੋਂ ਬਾਅਦ ਮੈਂ ਮੁੜ ਪੰਜਾਬ ਵੱਲ ਮੂੰਹ ਨਾ ਕੀਤਾ। 35 ਸਾਲ ਹੋ ਗਏ। ਉਹ ਹਾਦਸਾ ਜ਼ਹਿਨ 'ਚੋਂ ਅੱਜ ਵੀ ਨਹੀਂ ਜਾਂਦਾ। 2020 ਦਸੰਬਰ ਰਾਤ ਦੇ 8 ਵਜੇ ਦੀ ਗੱਲ ਹੈ। ਦਰਵਾਜ਼ਾ ਖੜਕਿਆ। ਸੁਨੀਤਾ ਨੇ ਗੇਟ ਖੋਲ੍ਹਿਆ ਤੇ ਹਾਕ ਮਾਰ ਕੇ ਕਿਹਾ, बीवी जी सरदार लोग हैं, बाथरूम के लिए आए हैं। मैं निग्गी रजाई चो उठ के नंगे पैर कमरे चो बाहर आई। मेरे सामने ਉੱਚੇ ਲੰਮੇ ਭਰਵੀਆਂ ਦਾੜੀਆਂ, ਨੀਲੀਆਂ ਪੀਲੀਆਂ ਪੱਗਾਂ ਵਾਲੇ ਮੁੰਡੇ ਖੜੇ ਸੀ। ਮੇਰੀ ਨਜ਼ਰ ਉਹਨਾਂ ਤੋਂ ਹਟ ਹੀ ਨਹੀਂ ਰਹੀ ਸੀ। ਕਹਿਣ ਲੱਗੇ, ਮਾਤਾ ਬਾਥਰੂਮ ਜਾਣਾ ਸੀ। ਮੈਂ ਕਿਹਾ, ਹਾਂ ਬੇਟਾ, ਕਿਉਂ ਨਹੀਂ। ਇੰਨੇ ਨੂੰ ਮੇਰਾ ਬੇਟਾ ਕਲੀਨਿਕ ਤੋਂ ਆਇਆ। ਉਸਨੇ ਮੇਰੇ ਕੋਲ ਇਤਰਾਜ਼ ਜ਼ਾਹਿਰ ਕੀਤਾ ਕਿ ਇਹ ਸਭ ਕਿਸਾਨ ਧਰਨੇ ਵਾਲੇ ਨੇ। ਬਾਰਡਰਾਂ 'ਤੇ ਠੰਡ, ਮੀਂਹ, ਹਨੇਰੀ ਵਿੱਚ ਬੈਠਾ ਮੇਰਾ ਪੰਜਾਬ ਮੈਂ ਰੋਜ਼ ਸਮਾਚਾਰਾਂ ਵਿੱਚ ਦੇਖਦੀ। ਪੁੱਤਰ ਦੀ ਗੱਲ ਨੂੰ ਅਣਸੁਣਿਆ ਕਰਕੇ ਮੈਂ ਤੌਲੀਏ ਨਾਲ ਹੱਥ ਪੂੰਝਦੇ ਮੁੰਡੇ ਨੂੰ ਕਿਹਾ, ਬੇਟਾ ਰੋਟੀ ਖਾ ਕੇ ਜਾਣਾ। ਉਹ ਕਹਿਣ ਲੱਗੇ, ਨਹੀਂ ਮਾਤਾ, ਪ੍ਰਸ਼ਾਦਾ ਤੇ ਲੰਗਰ ਵਿੱਚ ਮਿਲ ਜਾਣਾ। ਮੇਰੇ ਬਾਲਾ ਕਹਿਣ 'ਤੇ ਉਹਨਾਂ ਹਾਂ ਕਰ ਦਿੱਤੀ। ਮੈਂ ਸੋਹਣੇ ਮੁੰਡੇ ਨੂੰ ਪੁੱਛੇ ਬਿਨਾਂ ਰਹਿ ਨਾ ਸਕੀ, ਜਿਸ ਦੀ ਸ਼ਕਲ ਵਿੰਦਰ ਵਰਗੀ ਸੀ। ਪੁੱਤ, ਪੰਜਾਬ ਤੋਂ ਕਿੱਥੇ ਆਏ ਹੋ? ਉਸਨੇ ਕਿਹਾ, ਮਲਕਪੁਰ ਜਗਰਾਉਂ ਕੋਲ। ਮੈਨੂੰ ਯਾਦ ਸੀ ਕਿ ਚਾਚੇ ਦੀ ਕੁੜੀ ਮਲਕਪੁਰ ਵਿਆਹੀ ਹੋਈ ਸੀ। ਮੈਂ ਪੁੱਛਿਆ, ਨਾਨਕੇ ਕਿੱਥੇ ਆ ਪੁੱਤ ਤੇਰੇ? ਕਹਿਣ ਲੱਗਿਆ, ਰਾਮਗੜ੍ਹ ਪੁੱਲਰ। 35 ਸਾਲਾਂ ਤੋਂ ਜੰਮੇ ਹੰਝੂ ਪਿਘਲਣ ਲੱਗੇ। ਸਾਰੀ ਕਹਾਣੀ ਮੈਂ ਮੁੰਡਿਆਂ ਨੂੰ ਸੁਣਾਈ। ਘਰ ਦੇ ਕਿਸੇ ਕੋਨੇ 'ਤੇ ਖੜਾ ਡਾਕਟਰ ਵੀ ਸੁਣ ਰਿਹਾ ਸੀ। ਰੋਟੀ ਖਾ ਕੇ ਸ਼ੁਕਰਾਨਾ ਕਰਕੇ ਮੁੰਡੇ ਜਾਣ ਲੱਗੇ ਤਾਂ ਸੋਹਣੇ ਮੁੰਡੇ ਨੇ ਨਮ ਅੱਖਾਂ ਨਾਲ ਮੇਰੇ ਪੈਰੀ ਹੱਥ ਲਾਏ ਤੇ ਕਿਹਾ, ਮਾਤਾ ਮੈਂ ਵਿੰਦਰ ਦਾ ਹੀ ਪੁੱਤ ਹਾਂ। ਬਾਪੂ ਜਿਉਂਦਾ। ਉਸ ਰਾਤ ਉਹ ਨਾਲ ਨਹੀਂ ਸੀ ਤਾਂ ਕਰਕੇ ਬਚ ਗਿਆ। ਤੁਹਾਨੂੰ ਯਾਦ ਕਰਦਾ। ਅਕਸਰ ਕਹਿੰਦਾ ਹੁੰਦਾ ਕਿ ਉਹ ਸਰਕਾਰੀ ਮਾਸਟਰਨੀ ਪੁਲਿਸ ਵਾਲੇ ਦੀ ਧੀ ਮੁਖਬਰੀ ਕਰ ਗਈ ਸੀ ਤੇ ਪੈਸੇ ਚੱਕ ਕੇ ਨੱਸ ਗਈ ਸੀ। ਬਾਪੂ ਨੂੰ ਕਦੇ ਯਕੀਨ ਨਹੀਂ ਆਇਆ। ਧਰਨੇ 'ਤੇ ਬੈਠਾ ਬਾਪੂ, ਮਾਤਾ ਸਵੇਰੇ ਮੈਂ ਤੁਹਾਨੂੰ ਮਿਲਾਵਾਂਗਾ, ਇਹ ਕਹਿ ਕੇ ਮੁੰਡੇ ਉੱਥੋਂ ਚਲੇ ਗਏ। ਸਾਰੀ ਰਾਤ ਮੀਂਹ ਪੈਂਦਾ ਰਿਹਾ। ਐਤਵਾਰ ਦੀ ਸਵੇਰ ਠੰਡੀ ਹਵਾ ਆਰ-ਪਾਰ ਹੋ ਰਹੀ ਸੀ। ਮੈਂ ਦੁਪਹਿਰ ਤੱਕ ਉਡੀਕਦੀ ਰਹੀ ਕਿ ਮੁੰਡੇ ਆਉਣਗੇ। ਅਖੀਰ ਡਾਕਟਰ ਧਰਨੇ 'ਤੇ ਗਿਆ। ਮਲਕਪੁਰ ਦੇ ਤੰਬੂ ਵਿੱਚ ਪਹੁੰਚਿਆ। ਉਸਨੇ ਵੇਖਿਆ ਬਜ਼ੁਰਗ ਆਖਰੀ ਸਾਹਾਂ 'ਤੇ ਆ। ਉਹ ਆਪਣੀ ਗੱਡੀ ਵਿੱਚ ਪਾ ਕੇ ਉਸ ਨੂੰ ਕਲੀਨਿਕ ਲੈ ਆਇਆ। ਮੁੰਡਿਆਂ ਦੱਸਿਆ, ਰਾਤ ਅਸੀਂ ਸਾਰੀ ਕਹਾਣੀ ਬਾਪੂ ਨੂੰ ਦੱਸੀ। ਬਸ ਦਿੱਲੀ ਛੱਡ ਗਿਆ ਬਾਪੂ। ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਬਾਪੂ ਦੀ ਮੌਤ ਹੋ ਗਈ। ਮੇਰੀ ਉਡੀਕ ਜਿਵੇਂ ਮੁੱਕ ਹੀ ਗਈ। ਸ਼ਾਇਦ ਉਹ ਕਾਲਜ ਦਾ ਸਭ ਤੋਂ ਸੋਹਣਾ ਮੁੰਡਾ, ਜਿਸ ਨੂੰ ਕਦੇ ਜ਼ਾਹਿਰ ਵੀ ਨਹੀਂ ਕੀਤਾ ਹੋਣਾ ਸੀ ਮੈਂ, ਤੇ ਮੈਂ ਉਸ ਨੂੰ ਦੁਬਾਰਾ ਮਿਲ ਵੀ ਨਾ ਸਕੀ। ਧਰਨੇ 'ਤੇ ਖੱਟੀ ਚੁੰਨੀ ਲਈ ਬੈਠੀ ਸੋਚ ਰਹੀ ਸੀ, ਕਦੇ 47, ਕਦੇ 84, 2021 ਆ ਗਿਆ। ਹਮੇਸ਼ਾ ਧੱਕਾ ਹੁੰਦਾ ਆਇਆ। ਜਿਸਨੇ ਆਵਾਜ਼ ਉਠਾਈ ਕੁਚਲਿਆ ਗਿਆ। ਜਿਸਨੇ ਹਥਿਆਰ ਚੁੱਕੇ ਉਹ ਅੱਤਵਾਦੀ। ਪੰਜਾਬ ਦੇ ਕੁਝ ਸੋਹਣੇ ਮੁੰਡੇ ਜਹਾਜ਼ੇ ਚੜੇ ਗਏ। ਕੁਝ ਚੜ ਜਾਣਗੇ, ਕੁਝ ਫਾਹੇ ਲੈ ਗਏ, ਕੁਝ ਲੈ ਜਾਣਗੇ, ਤੇ ਬਾਕੀ ਅੱਤਵਾਦੀ ਤੇ ਮੇਰੇ ਵਰਗੀਆਂ ਵਿਛੋੜੇ ਵਿੱਚ ਧੁਖਦੀਆਂ
ਸਵਾਹ ਬਣ ਗਈਆਂ।